ਅੱਜ ਦੇ ਦੋ ਇਸ਼ੂ ਆ। ਇੱਕ ਤਾਂ ਜਿਹੜੀ ਸੁਪਰੀਮ ਕੋਰਟ ਦੇ ਵਿੱਚ SIT ਬਣੀ ਆ ਉਸ ਦੇ ਬਾਰੇ, ਤੇ ਦੂਸਰਾ ਜਿਹੜਾ ਕੱਲ ਰਾਣਾ ਗੁਰਜੀਤ ਨੇ ਕਿਹਾ ਕਿ ਕਾਂਗਰਸ ਦੀ 1984 ਦੇ ਕਤਲੇਆਮ ਦੇ ਵਿੱਚ ਕੋਈ ਇਨਵੋਲਵਮੈਂਟ ਇਹਨਾਂ ਦੋਨਾਂ ਦੀ। ਜਿਹੜੀ ਸੁਪਰੀਮ ਕੋਰਟ ਦੇ ਵਿੱਚ SIT ਬਣੀ ਹੈ ਇਹ ਇੱਕ ਬੜਾ ਹਿਸਟੋਰਿਕ ਫੈਸਲਾ ਹੈ। ਸੁਪਰੀਮ ਕੋਰਟ ਨੇ ਪਹਿਲੀ ਵਾਰੀ ਇੰਨੀ ਸੀਰੀਅਸਨੈਸ, ਇੰਨੀ ਸੰਗੀਨਤਾ ਇਹ 34 ਸਾਲ, 33 34 ਸਾਲ ਦੇ ਕਰੀਬ, ਬਲਕਿ ਪਹਿਲੀ ਵਾਰੀ ਇੰਨਾ ਦਿਖਾਇਆ। ਗੁਜਰਾਤ ਦੇ ਜੋ ਦੰਗੇ ਸੀ ਉਸ ਦੇ ਵਿੱਚ ਸੁਪਰੀਮ ਕੋਰਟ ਦੇ ਬੜੇ ਆਰਡਰ ਆਉਂਦੇ ਰਹੇ, ਪਰ 1984 ਦੇ ਸਿੱਖਾਂ ਦੇ ਕਤਲੇਆਮ ਦੇ ਵਿੱਚ ਕੋਈ ਆਰਡਰ ਨਹੀਂ ਸੀ ਅਜੇ ਤੱਕ ਆਇਆ। ਇਹ ਪਹਿਲੀ ਵਾਰੀ ਹੈ ਜੋ ਕਿ ਸੁਪਰੀਮ ਕੋਰਟ ਨੇ ਐਡਾ ਵੱਡਾ ਕਦਮ ਉਠਾਇਆ। ਦੂਜੀ ਗੱਲ, ਇਹ ਆਮ ਤੌਰ ਦੇ ਉੱਤੇ ਜੋ ਸਰਕਾਰੀ ਏਜੰਸੀਆਂ ਸੀ, ਪੁਲਿਸ ਸੀ, ਈਵਨ ਜੁਡੀਸ਼ਰੀ ਵੀ ਸੀ, ਕਈ ਲੋਕਾਂ ਦਾ ਵੀ ਇਹ ਇਸ ਟਾਈਮ ਐਟੀਟਿਊਡ ਹੋ ਗਿਆ ਸੀ ਕਿ 34 ਸਾਲ ਨਿਕਲ ਗਏ, ਹੁਣ ਤਾਂ ਭੁੱਲ ਜਾਓ, ਹੁਣ ਇਹਨੂੰ ਕਬ ਕਿਸ ਪਾਸੇ ਚੁੱਕੀ ਫਿਰਦੇ ਹੋ। ਸੁਪਰੀਮ ਕੋਰਟ ਨੇ ਜਦੋਂ ਹੁਣ ਨਵੇਂ ਕੇਸ ਇਨਵੈਸਟੀਗੇਸ਼ਨ ਵਾਸਤੇ ਹੁਣ ਖੋਲ੍ਹੇ ਆ, ਇਹ ਬੜਾ ਕਲੀਅਰ ਮੈਸੇਜ ਦਿੱਤਾ ਕਿ ਚਾਹੇ 34 ਸਾਲ ਹੋ ਗਏ ਉਸ ਦੇ ਨਾਲ ਕੋਈ ਫਰਕ ਨਹੀਂ, ਜੋ ਇਨਸਾਫ ਆ ਮਿਲਣਾ ਚਾਹੀਦਾ ਤੇ ਦੋਸ਼ੀਆਂ ਨੂੰ ਸਜ਼ਾ ਹੋਣੀ ਚਾਹੀਦੀ। ਅੱਜ ਇਹ ਇਸ਼ੂ ਇੱਕ ਤਰ੍ਹਾਂ ਦਾ ਕਰੰਟ ਇਸ਼ੂ ਦੇ ਵਿੱਚ ਉੱਭਰ ਕੇ, ਇੱਕ ਇੰਪੋਰਟੈਂਟ ਕਰੰਟ ਇਸ਼ੂ ਦੇ ਵਿੱਚ ਉੱਭਰ ਕੇ ਆ ਗਿਆ, ਤੇ ਇਹ ਬੜਾ ਵੱਡਾ ਸੁਨੇਹਾ ਸੁਪਰੀਮ ਕੋਰਟ ਦਾ ਕਿ ਜੇਕਰ ਕੋਈ ਪਾਵਰਫੁਲ ਬੰਦਾ ਉਹਨੇ ਕਾਨੂੰਨ ਦੇ ਸਕੰਜੇ ਤੋਂ ਬਚਦਾ ਰਿਹਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਬਚ ਹੀ ਜਾਊਗਾ ਤੇ ਉਸ ਦੇ ਖਿਲਾਫ ਕਾਰਵਾਈ ਨਹੀਂ ਹੋਏਗੀ। ਦ ਲਾਅ ਵਿਲ ਕੈਚ ਅਪ ਈਵਨ ਦੋ ਆਫਟਰ 35-40 ਇਅਰਸ। ਹੁਣ ਜਿਹੜੇ ਨਵੇਂ ਕੇਸਾਂ ਦੇ ਇਹ ਇਨਵੈਸਟੀਗੇਸ਼ਨ ਸ਼ੁਰੂ ਹੋਣੀ ਆ, ਉਹਦੇ ਵਿੱਚ ਕਾਂਗਰਸ ਦੇ ਸਾਰੇ ਲੀਡਰ ਫਸਣਗੇ। ਖਾਸ ਕਰਕੇ ਇਹ ਸੱਜਣ ਕੁਮਾਰ ਟਰੈਕਟਰ ਦਾ ਪਹਿਲਾਂ ਹੈਗੇ ਆ, ਜਿਹੜਾ ਹੁਣ ਤੱਕ ਬਚਿਆ ਵਾ ਸੀ, ਜਿਹਦੇ ਖਿਲਾਫ ਬੜੇ ਜ਼ਿਆਦਾ ਜੋ ਸਬੂਤ ਪੁਖਤਾ ਨੇ, ਪਰ ਹੁਣ ਤੱਕ ਬਚਿਆ ਵਾ ਸੀ ਕਮਲਨਾਥ, ਉਹਦੇ ਵੀ ਵਿੱਚ ਇਹਦੇ ਵਿੱਚ ਸਕੰਜੇ ਵਿੱਚ ਆਉਣ ਦੀ ਪੂਰੀ ਤੇ ਪੂਰੀ ਉਮੀਦ ਆ। ਇਹ ਹੁਣ ਜਦੋਂ ਸ਼ੁਰੂ ਹੋਇਆ, ਔਰ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਜਿਹੜੇ ਜੱਜ ਸਾਹਿਬ ਅਪਾਇੰਟ ਕੀਤੇ ਨੇ, ਜਸਟਿਸ SN ਢੀਂਗਰਾ, ਇਹ ਉਹੀਓ ਜੱਜ ਨੇ ਜਿਨ੍ਹਾਂ ਨੇ HKL ਭਗਤ, ਜੋ ਕਾਂਗਰਸ ਦਾ ਬੜਾ ਪਾਵਰਫੁਲ ਮਿਨਿਸਟਰ ਸੀ, ਉਸ ਨੂੰ ਇਹਨਾਂ ਨੇ ਜੇਲ੍ਹ ਭੇਜਿਆ ਸੀ, ਤੇ ਇਹਨਾਂ ਕਿਸ਼ੋਰੀ ਲਾਲ ਜੋ ਬੁੱਚੜ ਆਫ ਤਰਲੋਕਪੁਰੀ, ਉਸ ਨੂੰ ਫਾਂਸੀ ਦੀ ਸਜ਼ਾ ਇਹ ਜਸਟਿਸ ਢੀਂਗਰਾ ਨੇ ਸੁਣਾਈ ਸੀ। ਬੜਾ ਅਪਰਾਈਟ ਜੱਜ ਆ, ਕਿਸੇ ਤੋਂ ਡਰਨ ਵਾਲਾ ਨਹੀਂ। ਇਸ ਤਰ੍ਹਾਂ ਦੇ ਜੱਜ ਇਹ ਹੁਣ ਅਪਾਇੰਟ ਹੋਏ ਆ। ਇਹ ਹੁਣ ਇੱਕ ਤਰ੍ਹਾਂ ਦਾ ਜਿਹੜਾ ਹੁਣ ਤੱਕ ਇਨਸਾਫ ਬਿਲਕੁਲ ਨਹੀਂ ਸੀ ਮਿਲਿਆ, ਇਹ ਹੁਣ ਇਨਸਾਫ ਦਿਵਾਉਣ ਦਾ ਨਵਾਂ ਚੈਪਟਰ ਹੁਣ ਇਹ ਸ਼ੁਰੂ ਹੋਇਆ। ਇਹ ਗੱਲ ਤੇ ਇੱਕ ਗੱਲ ਮੈਂ ਹੁਣ ਸੋਚ ਰਿਹਾ ਕਿ ਜਿਹੜਾ ਮੇਰਾ ਫੈਸਲਾ ਸੀ ਲੀਡਰ ਆਫ ਆਪੋਜੀਸ਼ਨ ਤੋਂ ਅਸਤੀਫਾ ਦੇ ਕੇ, ਮੰਤਰੀ ਪਦ ਤੋਂ ਅਸਤੀਫਾ ਦੇ ਕੇ ਜਾ ਕੇ ਇਹਨਾਂ ਕੇਸਾਂ ਦੇ ਉੱਪਰ ਹੀ ਕੰਸਨਟਰੇਟ ਕਰਨ ਦਾ, ਉਹ ਬਿਲਕੁਲ ਸਹੀ ਫੈਸਲਾ ਸੀ। ਉਸ ਦਾ ਜੇਕਰ ਹੁਣ ਦੇਖਿਆ ਜਾਵੇ ਉਸ ਦੇ ਰਿਜ਼ਲਟ ਆਉਣ ਲੱਗੇ ਆ, ਤੇ ਮੈਂ ਬੜਾ ਇਸ ਗੱਲ ਦੇ ਉੱਤੇ ਮੈਨੂੰ ਤਸੱਲੀ ਆ ਤੇ ਮੈਂ ਖੁਸ਼ ਹਾਂ ਕਿ ਮੈਂ ਇੱਕ ਮੰਤਰੀ ਅਹੁਦੇ ਦੇ ਲਾਲਚ ਵਿੱਚ ਨਹੀਂ ਆਇਆ, ਬਲਕਿ ਐਡਾ ਵੱਡਾ ਮੁੱਦਾ ਜੋ ਕਿ ਇਕੱਲੇ ਦੇਸ਼ ਵਾਸਤੇ ਨਹੀਂ, ਸਾਰੀ ਦੁਨੀਆ ਦੇ ਵਿੱਚ ਐਡਾ ਵੱਡਾ ਮੁੱਦਾ, ਉਹਦੇ ਵਾਸਤੇ ਕੰਟਰੀਬਿਊਸ਼ਨ ਕਰਨ ਦੇ ਵਾਸਤੇ ਮੈਂ ਉੱਥੇ ਪਹੁੰਚਿਆ। ਤੇ ਇਹ ਇਸ ਲਈ ਹੁਣ ਜਿਹੜਾ ਨਵਾਂ ਪੜਾਅ ਸ਼ੁਰੂ ਹੋਇਆ, ਇਹਦੇ 'ਚ ਪੂਰਾ ਜੋਰਾਂ ਸ਼ੋਰਾਂ ਦੇ ਨਾਲ ਕੰਮ ਕਰਾਂਗੇ ਤੇ ਪੂਰੀ ਐਫਰਟ ਕਰਾਂਗੇ ਕਿ ਦੋਸ਼ੀਆਂ ਨੂੰ ਸਜ਼ਾ ਮਿਲੇ, ਤਾਂ ਕਿ ਅੱਗੇ ਤੋਂ ਸਭ ਨੂੰ ਕੰਨ ਹੋ ਜਾਣ। ਕਿਉਂਕਿ ਜੇ 84 ਦੇ ਦੋਸ਼ੀਆਂ ਨੂੰ ਸਜ਼ਾ ਮਿਲਦੀ ਤੇ ਨਾ ਤਾਂ ਬੰਬਈ 1993 ਹੋਣਾ ਸੀ, ਨਾ ਹੀ 2002 ਚ ਗੁਜਰਾਤ ਹੋਣਾ ਸੀ। 84 ਦੇ ਦੋਸ਼ੀਆਂ ਨੂੰ ਸਜ਼ਾ ਦੀ ਬਜਾਏ ਉੱਚੀਆਂ ਪਦਵੀਆਂ ਤੇ ਉਠਾਇਆ ਗਿਆ, ਉਸੇ ਕਰਕੇ ਉੱਥੋਂ ਇਨਕਰੇਜ ਹੋ ਕੇ ਇਹ 93 ਦੇ ਵਿੱਚ ਜੋ ਮੁੰਬਈ ਹੋਇਆ ਤੇ 2002 ਦੇ ਵਿੱਚ ਗੁਜਰਾਤ ਹੋਇਆ, ਇਹ ਟ੍ਰੈਂਡ ਸ਼ੁਰੂ ਹੋਇਆ। ਤਾਂ ਹੁਣ ਜਦੋਂ ਇੱਕ ਤਰ੍ਹਾਂ ਦਾ ਜਦੋਂ ਇਹ ਸੁਨੇਹਾ ਜਾਊਗਾ ਕਿ ਮੌਬ ਫਰੈਂਚੀ ਤੇ ਮੌਬ ਵਾਇਲੈਂਸ ਦੇ ਵਿੱਚ ਜੋ ਅੱਜ ਕੱਲ੍ਹ ਇੰਨੀ ਵਧੀਆ, ਉਸ ਨੂੰ ਚੈੱਕ ਕਰਨ ਦੇ ਵਾਲੇ ਪਾਸੇ ਨੂੰ ਇੱਕ ਬਹੁਤ ਵੱਡਾ ਕਦਮ ਹੋਊਗਾ। ਦੂਸਰੀ ਗੱਲ, ਰਾਣਾ ਗੁਰਜੀਤ ਨੇ ਕੱਲ ਬਿਆਨ ਦਿੱਤਾ ਕਿ ਕਾਂਗਰਸ ਦੀ ਬਿਲਕੁਲ ਕੋਈ ਇਨਵੋਲਵਮੈਂਟ ਨਹੀਂ ਸੀ ਇਹ 1984 ਦੇ ਕਤਲੇਆਮ ਦੇ ਵਿੱਚ। ਰਾਣਾ ਗੁਰਜੀਤ ਨੂੰ ਮੈਂ ਇੱਕ ਗੱਲ ਯਾਦ ਕਰਾ ਦਿਆਂ
कि जे कांग्रेस की इन्वॉल्वमेंट नहीं सी तां राजीव गांधी प्राइम मिनिस्टर ये किवें उन्हें जस्टिफाई किवें कीता कि जब एक बड़ा पेड़ गिरता तो धरती हिलती है। पहली गल। दूजी गल कि एक कली कांग्रेस की होई नहीं, ये जो राजीव की सरकार सी उहदी भी पूरी इहदे विच इन्वॉल्वमेंट सी। उहदे सबूत जे राणा गुरजीत नूं चाहिए तो 2-4 तो मैं हुणे दे देना, बाकी जो मर्जी डिबेट से आ जाए और डिबेट के उत्ते मैं उन्होंने सबूत दे दूंगा। जिन्ना जिन्ना दे नाम आए एक कतलेआम दे विच उन्हां नूं प्रमोट किया गया। हरकिशन लाल भगत जो टाइटल सज्जन का भी गुरु सी, वो मिनिस्टर ऑफ स्टेट सी। राजीव गांधी ने उन्होंने प्रमोट करके फुल कैबिनेट मिनिस्टर बना दिता। टाइटल का नाम आया उभर के। टाइटल उदों तक पहला मिनिस्टर नहीं सी, टाइटल नूं मिनिस्ट्री दी गई ते ਜਦੋਂ ਇਹਨਾਂ ਨੂੰ ਉੱਚੀਆਂ ਉੱਚੀਆਂ ਪਦਵੀਆਂ ਤੇ ਲਿਆ ਕੇ ਉਹਨਾਂ ਨੂੰ ਰਿਵਾਰਡ ਦਿੱਤਾ ਗਿਆ। ਪਹਿਲੀ ਗੱਲ। ਦੂਜੀ ਗੱਲ ਸਰਕਾਰ ਦੀ ਇਨਵੋਲਵਮੈਂਟ। ਇੱਕ ਬੜਾ ਹਾਈਲੀ ਇਨਫਲੇਮੇਬਲ ਪਾਊਡਰ ਜੋ ਕਿ ਜੋ ਤੁਸੀਂ ਐਂ ਸੁੱਟ ਦੋ ਤਾਂ ਪਾਊਡਰ ਨਾਲ ਅੱਗ ਲੱਗ ਜਾਂਦੀ ਹੈ। ਉਹ ਪਾਊਡਰ ਨੂੰ ਯੂਜ਼ ਕਰਨ ਦੇ ਵਾਸਤੇ ਸਿਰਫ ਐਕਸਪਰਟ ਚਾਹੀਦਾ, ਆਮ ਬੰਦਾ ਤਾਂ ਆਪਣੇ ਹੱਥ ਚਲਾ ਲੂਗਾ। ਰਾਤੋਂ ਰਾਤ 31 ਤਰੀਕ ਨੂੰ ਰਾਤ ਨੂੰ ਉਹ ਪਾਊਡਰ ਵੰਡਿਆ ਗਿਆ ਜਗ੍ਹਾ ਜਗ੍ਹਾ ਤੇ। ਐਕਸਪਰਟ ਬੰਦੇ ਉਹ ਪਾਊਡਰ ਨੂੰ ਵਰਤਣ ਵਾਲੇ ਐਕਸਪਰਟ ਬੰਦੇ ਪਹੁੰਚਾਏ ਗਏ। ਪਹਿਲੀ ਤਰੀਕ ਨੂੰ ਸਵੇਰੇ ਜਦੋਂ ਮੌਬ ਨਿਕਲੇ ਤਾਂ ਉਹਨਾਂ ਦੇ ਕੋਲ ਉਹ ਪਾਊਡਰ ਸੀ ਤੇ ਨਾਲ ਉਹ ਬੰਦੇ ਸੀ ਉਹ ਪਾਊਡਰ ਵਰਤਣ ਵਾਲੇ। ਇਹ ਪਾਊਡਰ ਕਿੱਥੋਂ ਆਇਆ ਤੇ ਉਹ ਐਕਸਪਰਟ ਕਿੱਥੋਂ ਆਏ? ਇਹ ਸਰਕਾਰ ਦੀ ਸਿੱਧੀ ਇਨਵੋਲਵਮੈਂਟ ਸੀ। ਅਗਲੀ ਗੱਲ, ਰਾਤੋਂ ਰਾਤ ਇਹ ਜਿੰਨੇ ਇਹ ਸੀਗੇ ਮੌਬ, ਇਹਨਾਂ ਨੂੰ ਸਿੱਖਾਂ ਦੇ ਘਰਾਂ ਦੀਆਂ ਲਿਸਟਾਂ ਵੰਡੀਆਂ ਗਈਆਂ। ਉਹ ਲਿਸਟਾਂ ਕਿੱਥੋਂ ਆਈਆਂ? ਮਨਮੋਹਨ ਸਿੰਘ ਸਰ ਮਨਮੋਹਨ ਸਿੰਘ ਐਕਸ ਪ੍ਰਾਈਮ ਮਿਨਿਸਟਰ ਹੁਣ, ਉਹਨਾਂ ਦੀ ਡਾਟਰ ਨੇ ਇੱਕ ਕਿਤਾਬ ਲਿਖੀ ਆ ਤੇ ਉਹਨੇ ਆਪਣੀ ਕਿਤਾਬ 'ਚ ਲਿਖਿਆ ਕਿ ਸਾਡਾ ਘਰ ਸੀਗਾ ਅਸ਼ੋਕ ਵਿਹਾਰ, ਸਾਡੇ ਘਰੇ ਉਸ ਘਰ ਦੇ ਉੱਤੇ ਜਾ ਕੇ ਮੌਬ ਨੇ ਅਟੈਕ ਕੀਤਾ ਤੇ ਮਨਮੋਹਨ ਸਿੰਘ ਦੇ ਜਵਾਈ ਜੋ ਇੱਕ ਹਿੰਦੂ ਆ ਉਹ ਬਾਹਰ ਆਏ। ਉਹਨਾਂ ਨੇ ਕਿਹਾ ਤਾਂ ਮੇਰਾ ਘਰ ਆ, ਹਿੰਦੂਆਂ ਦਾ ਘਰ ਆ। ਉਹਨਾਂ ਲਿਸਟ ਦਿਖਾਈ ਕਿ ਸਾਡੇ ਕੋਲ ਤਾਂ ਲਿਸਟ ਵਿੱਚ ਸਰਦਾਰ ਦਾ ਘਰ ਆ, ਤੁਸੀਂ ਕਿਵੇਂ ਕਹਿ ਰਹੇ ਹੋ ਉਹਦਾ ਘਰ? ਉਹਨੇ ਖੁਦ ਕਿਹਾ। ਹਾਂਜੀ ਅਸ਼ੋਕ ਵਿਹਾਰ ਚ। ਤੇ ਉੱਥੇ ਆਸੇ ਪਾਸੇ ਤੋਂ ਉਹਨਾਂ ਨੇ ਕਈ ਘਰ ਚਲਾਏ ਆ, ਕਿੰਨੇ ਬੰਦੇ ਮਾਰੇ ਆ ਉਸੇ ਮੌਬ ਨੇ। ਅੱਛਾ ਅਗਲੀ ਗੱਲ, ਜਿਹੜਾ ਵੀ ਹਲਕਾ ਸੀ ਉੱਥੋਂ ਦੇ ਜਿੰਨੇ ਕਾਂਗਰਸ ਲੀਡਰ ਸੀ ਉਹ ਸਾਰੇ ਮੌਬ ਦੇ ਅੱਗੇ ਸੀ। ਹਰ ਜਗ੍ਹਾ ਦੇ ਉੱਤੇ ਜਗ੍ਹਾ ਜਗ੍ਹਾ ਤੋਂ ਇਹ ਕਾਂਗਰਸ ਲੀਡਰਾਂ ਦੇ ਖਿਲਾਫ ਆਈ ਹੈ। ਅਗਲੀ ਗੱਲ, ਇਹਨਾਂ ਦਾ ਪੈਟਰਨ ਸਭ ਤੋਂ ਪਹਿਲਾਂ ਇੱਕ ਪੈਟਰਨ ਸਾਰੇ ਦਿੱਲੀ ਵਿੱਚ ਉਹੀ ਅਡਾਪਟ ਕੀਤਾ ਗਿਆ ਕਿ ਸਭ ਤੋਂ ਪਹਿਲਾਂ ਗੁਰਦੁਆਰੇ ਨੂੰ ਅੱਗ ਲਗਾਓ ਤਾਂ ਕਿ ਨਹੀਂ ਤਾਂ ਸਿੱਖ ਗੁਰਦੁਆਰੇ 'ਚ ਇਕੱਠੇ ਹੋ ਜਾਣਗੇ। ਜੇ ਗੁਰਦੁਆਰੇ ਨਾ ਚੱਲਦੇ ਉਹ ਘਰਾਂ 'ਚ ਜਾ ਕੇ ਅਟੈਕ ਕਰਨੇ ਸ਼ੁਰੂ ਕਰਦੇ ਸੀ। ਇਹਨਾਂ ਨੇ ਗੁਰਦੁਆਰੇ 'ਚ ਇਕੱਠੇ ਹੋ ਕੇ ਇਹ ਮੁਕਾਬਲਾ ਕਰ ਸਕਦੇ ਸੀ ਪੂਰਾ। ਅਗਲੀ ਜਿਹੜੀ ਗੱਲ, ਜਿੱਥੇ ਜਿੱਥੇ ਸਿੱਖ ਇਕੱਠੇ ਹੋਏ ਪੁਲਿਸ ਵੱਡੀ ਗਿਣਤੀ 'ਚ ਪਹੁੰਚੀ। ਪੁਲਿਸ ਨੇ ਜਾ ਕੇ ਸਿੱਖਾਂ ਨੂੰ ਬਚਾਉਣ ਦੀ ਬਜਾਏ ਉਹਨਾਂ ਦੇ ਹਥਿਆਰ ਲੈ ਲਏ। ਉਹਨਾਂ ਨੂੰ ਕਿਹਾ ਕਿ ਤੁਸੀਂ ਘਰਾਂ ਜਾਓ, ਅਸੀਂ ਇਹ ਸਿੱਖ ਤੁਹਾਨੂੰ ਬਚਾਵਾਂਗੇ। ਮੌਬ ਨੂੰ ਲਿਆ ਕੇ ਉਹਨਾਂ ਦੇ ਉੱਤੇ ਮੌਬ ਦੇ ਉੱਤੇ ਹਮਲਾ ਕਰਨਾ। ਇੱਕ ਜੋ ਮਹਾਵੀਰ ਚੱਕਰਾ ਵਿਨਰ, ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ। ਮਹਾਵੀਰ ਚੱਕਰਾ ਵਿਨਰ ਗਰੁੱਪ ਕੈਪਟਨ ਤਲਵਾਰ, ਜਿਹਨੂੰ ਦੇਸ਼ ਨੂੰ ਬਚਾਉਣ ਦੇ ਲਈ ਮਹਾਵੀਰ ਚੱਕਰਾ ਮਿਲਿਆ 71 ਦੀ ਵਾਰ ਦਾ, ਉਹ ਜਦੋਂ ਉਹਦੇ ਘਰ ਦੇ ਉੱਤੇ ਹਮਲਾ ਕਰਕੇ ਉਹਦੇ ਘਰ ਨੂੰ ਅੱਗ ਲਗਾਤੀ। ਉਹ ਫਸਟ ਫਲੋਰ ਤੇ ਜਾ ਕੇ ਉਹਨੇ ਉੱਥੇ ਗੋਲੀ ਚਲਾਉਣੀ ਅੰਦਰੋਂ ਘਰੋਂ ਸ਼ੁਰੂ ਕੀਤੀ ਤਾਂ ਕਿ ਮੇਰੇ ਜਵਾਕ ਬੱਚੇ ਬਚ ਜਾਣ। ਉੱਥੇ ਵੱਡੀ ਗਿਣਤੀ 'ਚ ਪੁਲਿਸ, 2 ਟਰੱਕ ਪੁਲਿਸ ਤੇ ਪਹੁੰਚ ਗਏ। ਪੁਲਿਸ ਐਡੀਸ਼ਨਲ ਕਮਿਸ਼ਨਰ, ਡਿਪਟੀ ਕਮਿਸ਼ਨਰ, ਕਮਿਸ਼ਨਰ ਆਫ ਪੁਲਿਸ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਕਿ ਮੈਂ ਹੋਮ ਮਿਨਿਸਟਰ ਦੀ ਮੀਟਿੰਗ ਤੇ ਜਾ ਰਿਹਾ ਸੀ, ਮੈਨੂੰ ਪਤਾ ਚੱਲਿਆ ਕਿ ਸਿੱਖ ਗੋਲੀ ਚਲਾ ਰਿਹਾ, ਆਪਣੇ ਘਰੋਂ ਗੋਲੀ ਚਲਾ ਰਿਹਾ। ਉੱਥੇ ਜਾ ਕੇ ਮੌਬ ਜੋ ਇੱਕ ਬੰਦਾ ਅਰੈਸਟ ਨਹੀਂ ਕੀਤਾ, ਉਹਨੂੰ ਗਰੁੱਪ ਕੈਪਟਨ ਤਲਵਾਰ ਨੂੰ, ਮਹਾਵੀਰ ਚੱਕਰਾ ਵਿਨਰ ਨੂੰ ਅਰੈਸਟ ਕਰਕੇ ਜੇਲ੍ਹ ਵਿੱਚ ਸੁੱਟਿਆ ਤੇ ਜੇਲ੍ਹ 'ਚ ਟ੍ਰਿਬਿਊਨਲਾਂ ਦੀਆਂ ਕੈਦੀਆਂ ਦੀਆਂ ਟੋਲਟਾਂ ਤੱਕ ਸਾਫ਼ ਕਰਾਈਆਂ ਉਹਦੇ ਕੋਲ। ਇਹ ਤੱਕ ਬਿਹੇਵੀਅਰ ਸਾਰੇ ਦਿੱਲੀ 'ਚ ਇੱਕਦਮ ਇਹ ਪੂਰਾ ਪੈਟਰਨ। ਸਾਰੇ ਦਿੱਲੀ ਵਿੱਚ ਸਿੱਖ ਪੁਲਿਸ ਅਫਸਰਾਂ ਤੋਂ ਉਹਨਾਂ ਦੇ ਹਥਿਆਰ ਖੋਲੇ ਗਏ।